ਇਲੈਕਟ੍ਰੀਸ਼ੀਅਨ ਟ੍ਰੇਡ ਦੇ ਇਸ ਸੈਸ਼ਨ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਇਸ ਸੈਸ਼ਨ ਵਿੱਚ ਅਸੀਂ ਰਿਲੇ ਆਪਰੇਸ਼ਨ ਲਈ ਪਿਕਅਪ ਕਰੰਟ ਅਤੇ ਟਾਈਮ ਸੈਟਿੰਗ ਮਲਟੀਪਲਾਇਰ ਦੀ ਪ੍ਰੈਕਟਿਸ ਸੈਟਿੰਗ ਬਾਰੇ ਸਿੱਖਾਂਗੇ। ਇਸ ਸੈਸ਼ਨ ਦੇ ਅੰਤ ਤੇ ਤੁਸੀਂ ਇਸ ਯੋਗ ਹੋ ਜਾਓਗੇ ਕਿ ਵੱਖ-ਵੱਖ ਪ੍ਰਤੀਸ਼ਤਾਂ ਵਿੱਚ ਫਾਲਟ ਕਰੰਟ ਦੀ ਗਣਨਾ ਕਰੋ, ਵੱਖ-ਵੱਖ ਨੁਕਸਾਨ ਬਾਰੇ ਕਰੰਟ ਲਈ ਇੰਜੈਕਟਰ ਯੂਨਿਟ ਵਿੱਚ ਕਰੰਟ ਸੈੱਟ ਕਰੋ, 50% ਫਾਲਟ ਕਰੰਟ ਦਾ ਪਿਕਅਪ ਕਰੰਟ ਸੈੱਟ ਕਰੋ, ਵੱਖ-ਵੱਖ ਨੁਕਸਾਨ ਹਾਲਤਾਂ ਦੇ ਅਧੀਨ ਸਮਾਂ ਨਿਰਧਾਰਨ ਲਈ ਟਾਈਮ ਮਲਟੀਪਲਾਇਰ ਸੈੱਟ ਕਰੋ। ਇਲੈਕਟ੍ਰੀਸ਼ੀਅਨ ਟੂਲ ਕਿਟ ਅਤੇ ਲੋੜੀਂਦੇ ਉਪਕਰਣ। ਇਲੈਕਟ੍ਰੀਸ਼ੀਅਨ ਟੂਲ ਕਿਟ ਓਵਰ ਕਰੰਟ ਰਿਲੇ ਵਿਦ ਮੈਨੂਅਲ ਦੇ ਨਾਲ ਕਰੰਟ ਇੰਜੈਕਸ਼ਨ ਯੂਨਿਟ, 에ਅਰ ਸਰਕਿਟ ਬ੍ਰੇਕਰ 3 ਫੇਜ਼ 415 ਵੋਲਟਸ, ਮੈਕਸਿਮਮ ਕੈਪੈਸਿਟੀ 400 ਐਂਪੀਅਰਸ, ਇੰਸਟਰਕਸ਼ਨ ਮੈਨੂਅਲ ਦੇ ਨਾਲ। ਮਲਟੀਮੀਟਰ। ਸਾਵਧਾਨੀ, ਮਲਟੀਮੀਟਰ ਦੀ ਵਰਤੋਂ ਕਰਦੇ ਸਮੇਂ ਵੋਲਟੇਜ, ਕਰੰਟ ਅਤੇ ਰੈਜ਼ਿਸਟੈਂਸ ਲਈ ਸਿਲੈਕਟਰ ਸਵਿਚ ਦਾ ਸਹੀ ਮੋਡ ਚੁਣੋ ਅਤੇ ਉਚਿਤ ਸੀਮਾ ਵੀ ਚੁਣੋ। ਸੁਰੱਖਿਆ ਸਾਵਧਾਨੀਆਂ। ਇੱਕ ਵਾਰ ਰਿਲੇ ਨੂੰ ਉਤਾਰੇ ਜਾਣ ਤੋਂ ਬਾਅਦ ਫਲੈਗ ਇੱਕ ਲਾਲ ਲਾਈਨ ਦਾ ਸੰਕੇਤ ਕਰੇਗਾ ਅਤੇ ਇੱਕ ਵਾਰ ਇਸ ਨੂੰ ਉਤਾਰਨ ਤੋਂ ਬਾਅਦ ਇਸ ਨੂੰ ਲੀਵਰ ਦੇ ਮੈਨੂਅਲ ਰੀਸੈਟ ਕਰਨ ਦੀ ਲੋੜ ਹੁੰਦੀ ਹੈ। ਕਿਸੇ ਵੀ ਧੂਲ ਜਾਂ ਛੋਟੇ ਕਣਾਂ ਨੂੰ ਰਿਲੇ ਦੇ ਅੰਦਰ ਦਾਖਲ ਨਾ ਹੋਣ ਦਿਓ। ਧੂਲ ਪੀਨੀਅਲ ਵਿੱਚ ਜਮ੍ਹਾਂ ਹੋ ਜਾਵੇਗੀ ਅਤੇ ਡਿਸਕ ਦੀ ਗਤੀ ਨੂੰ ਪ੍ਰਭਾਵਿਤ ਕਰੇਗੀ। ਰਿਲੇ ਦੇ ਅੰਦਰ ਕਿਸੇ ਵੀ ਅਨੁਮਾਨਿਤ ਹਿੱਸੇ ਨੂੰ ਨਾ ਛੂਹੋ ਜਾਂ ਚਲਾਉਣ ਦੀ ਕੋਸ਼ਿਸ਼ ਨਾ ਕਰੋ। ਰਿਲੇ ਕਨੈਕਸ਼ਨ ਦੇ ਲਈ ਕਦੇ ਵੀ ਛੋਟੇ ਆਕਾਰ ਦੀ ਕੇਬਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਟ੍ਰਿਪਿੰਗ ਫਾਲਟ ਹੋ ਸਕਦਾ ਹੈ। ਰਿਲੇ ਪਾਰਟਸ ਨੂੰ ਧਿਆਨ ਨਾਲ ਜੋੜੋ। ਹਰ ਟੈਸਟ ਤੋਂ ਬਾਅਦ ਰਿਲੇ ਨੂੰ ਲਗਭਗ 10 ਮਿੰਟਾਂ ਲਈ ਠੰਡਾ ਹੋਣ ਦਿਓ। ਵੱਖ-ਵੱਖ ਪ੍ਰਤੀਸ਼ਤਾਂ ਵਿੱਚ ਫਾਲਟ ਕਰੰਟ ਦੀ ਗਣਨਾ ਕਰੋ। ਸਪਲਾਈ ਕਰੰਟ ਦਾ ਮੁੱਲ ਨਿਰਧਾਰਿਤ ਕਰੋ ਜਿਸ ਤੇ ਰਿਲੇ ਦੇ ਕੋਇਲ ਨੂੰ ਓਵਰ ਕਰੰਟ ਟ੍ਰਿਪਸ ਆਪਰੇਟ ਕਰਨ। ਇਨਪੁਟ ਕਰੰਟ ਟਰਮੀਨਲਸ ਦੀ ਪਹਿਚਾਣ ਕਰੋ ਅਤੇ ਰਿਲੇ ਦੀਆਂ ਸ਼ਾਰਟਿੰਗ ਪਿੰਸ, NC ਅਤੇ NO ਕੰਟੈਕਟਸ। ਫਾਲਟ ਕਰੰਟ ਸੈਟਿੰਗ ਸਮੇਂ ਦੇ ਨਾਲ ਨੁਕਸ ਕਰੰਟ ਦੀ ਪ੍ਰਤੀਸ਼ਤਤਾ ਦੇ ਨਾਲ ਰਿਲੇ ਵਿੱਚ ਪੜਤਾਲ ਕੀਤੀ ਗਈ ਟੈਪ ਸੈਟਿੰਗ ਦੇ ਵਿੱਚ ਕੀਤੀ ਜਾਂਦੀ ਹੈ। ਮੈਨੂਅਲ ਹਦਾਇਤਾਂ ਦੇ ਅਨੁਸਾਰ ਟ੍ਰਿਪਿੰਗ ਕੋਇਲ, ਵੋਲਟੇਜ ਅਤੇ ਕਰੰਟ ਇੰਜੈਕਟਰ ਦੇ ਰਿਲੇ ਵਿੱਚ ਫਾਲਟ ਕਰੰਟ ਦੇ ਕਨੈਕਸ਼ਨ। ਕਰੰਟ ਇੰਜੈਕਟਰ ਯੂਨਿਟ ਦੇ ਸਾਰੇ ਨਿਯੰਤਰਣ 0 ਪੋਜੀਸ਼ਨ ਤੇ ਰੱਖੋ। ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਕਰੰਟ ਇੰਜੈਕਟਰ ਯੂਨਿਟ 0 ਪੋਜੀਸ਼ਨ ਤੇ ਹੋਣੀ ਚਾਹੀਦੀ ਹੈ। ਕੰਡਕਟਰ ਦੀ ਮੌਜੂਦਾ ਕੈਰਿੰਗ ਸਮਰੱਥਤਾ ਬਾਰੇ ਜਾਣ ਪਛਾਣ ਕਰਨ ਲਈ ਪ੍ਰੈਕਟੀਕਲ ਜਾਣ ਤੋਂ ਪਹਿਲਾਂ ਇਹ ਕੰਡਕਟਰ ਜਾਂ ਕੇਬਲ ਦੀ ਕਰੰਟ ਕੈਰਿੰਗ ਸਮਰੱਥਾ ਅਧਿਕਤਮ ਕਰੰਟ ਹੈ ਜੋ ਕਿ ਐਂਪੀਅਰਸ ਦੀ ਸੰਖਿਆ ਹੈ ਜੋ ਇਸ ਦੇ ਤਾਪਮਾਨ ਰੇਟਿੰਗ ਤੋਂ ਵੱਧ ਕੀਤੇ ਬਿਨਾਂ ਲਗਾਤਾਰ ਲਈ ਜਾ ਸਕਦੀ ਹੈ। ਇਹ ਵੀ ਜਾਣਿਆ ਜਾ ਸਕਦਾ ਹੈ ਸਮਰੱਥਾ ਦੇ ਰੂਪ ਵਿੱਚ। ਇਹ ਮੁੱਖ ਕਾਰਕਾਂ ਜਿਵੇਂ ਕਿ ਕੰਡਕਟਰ ਦਾ ਆਕਾਰ, ਐਂਬੀਐਂਟ ਟੈਂਪਰੇਚਰ, ਇੰਸੂਲੇਸ਼ਨ ਸਥਿਤੀਆਂ 'ਤੇ ਨਿਰਭਰ ਕਰਦਾ ਹੈ। ਹੁਣ ਅਸੀਂ ਤਾਂਬੇ ਦੀ ਕੇਬਲ ਦੀ ਮੌਜੂਦਾ ਸਮਰੱਥਾ ਲਈ ਇੱਕ ਛੋਟੀ ਜਿਹੀ ਗਣਨਾ ਕਰਾਂਗੇ। ਕੇਬਲ 30 ਵਰਗ ਮਿਲੀਮੀਟਰ ਤੱਕ ਹੈ। ਸਮੀਕਰਨ ਹੈ ਕੇਬਲ ਆਕਾਰ ਵਿੱਚ 6, ਉਦਾਹਰਨ ਦੇ ਲਈ 6 ਗੁਣਾ 1 ਵਰਗ ਮਿਲੀਮੀਟਰ 6 ਐਂਪੀਅਰ ਦੇ ਬਰਾਬਰ ਹੈ। 6 ਐਂਪੀਅਰ ਉਸ ਕੰਡਕਟਰ ਦੀ ਵੱਧ ਤੋਂ ਵੱਧ ਚੁੱਕਣ ਦੀ ਸਮਰੱਥਾ ਹੈ। ਵੱਖ-ਵੱਖ ਨੁਕਸ ਵਾਲੇ ਕਰੰਟਾਂ ਲਈ ਇੰਜੈਕਟਰ ਯੂਨਿਟ ਵਿੱਚ ਕਰੰਟ ਸੈਟਅਪ ਕਰੋ। ਰਿਲੇ ਦੀ ਟੈਪ ਨੂੰ ਐਡਜਸਟ ਕਰੋ ਅਤੇ ਇਸ ਨੂੰ 1 ਐਂਪੀਅਰ ਲਈ ਸੈੱਟ ਕਰੋ। ਡਾਇਲ ਤੋਂ ਮਲਟੀਪਲਾਇਰ ਦਾ ਪਤਾ ਲਗਾਓ। ਵੈਲਿਊਜ਼ ਨੂੰ ਨੋਟ ਕਰੋ। ਮਲਟੀਪਲਾਇਰ 2 ਦੀ ਚੋਣ ਕਰੋ ਤਾਂ ਕਿ ਕੁੱਲ ਫਾਲਟ ਕਰੰਟ 2 ਐਂਪੀਅਰ ਹੋਵੇ ਅਤੇ ਯਕੀਨੀ ਬਣਾਓ ਕਿ ਟਾਈਮ ਮਲਟੀਪਲਾਇਰ ਡਿਸਕ ਪਹਿਲੀ ਸਥਿਤੀ 'ਤੇ ਰੱਖੀ ਜਾਂਦੀ ਹੈ। ਮਲਟੀਪਲਾਇਰ 2 ਦੇ ਡਾਇਲ ਵਿੱਚ ਦਰਸਾਏ ਅਨੁਸਾਰ ਟਾਈਮ ਨੂੰ ਨੋਟ ਕਰੋ। ਮੌਜੂਦਾ ਇੰਜੈਕਟਰ ਯੂਨਿਟ 'ਤੇ ਧਿਆਨ ਦਿਓ ਕਿ ਰਿਲੇ ਊਰਜਾਵਾਨ ਹੈ ਅਤੇ ਰਿਲੇ ਦੇ ਇਨਪੁਟ ਕਰੰਟ ਨੂੰ ਹੌਲੀ-ਹੌਲੀ ਪਿਕਅਪ ਕਰੰਟ ਤੱਕ ਵਧਾਓ। ਰਿਲੇ ਦੀ ਡਿਸਕ ਹਿੱਲਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਕਰੰਟ ਮੁੱਲਾਂ ਨੂੰ ਚੁੱਕਣ ਲਈ ਵੱਧਦਾ ਹੈ। ਇਹਨਾਂ ਵੈਲਿਊਜ਼ ਨੂੰ ਰਿਕਾਰਡ ਕਰੋ। 50% ਫਾਲਟ ਕਰੰਟ ਦਾ ਪਿਕਅਪ ਕਰੰਟ ਸੈੱਟ ਕਰੋ। ਇਹ ਨੋਟ ਕੀਤਾ ਜਾ ਸਕਦਾ ਹੈ ਕਿ ਜਦੋਂ TMS
0.5 ਲਈ ਸੈੱਟ ਕੀਤਾ ਜਾਂਦਾ ਹੈ ਤਾਂ ਐਕਚੁਅਲ ਟ੍ਰਿਪ ਟਾਈਮ ਦੇ 50% ਤੱਕ ਘਟ ਜਾਂਦਾ ਹੈ। ਵੱਖ-ਵੱਖ ਨੁਕਸ ਦੀਆਂ ਸਥਿਤੀਆਂ ਵਿੱਚ ਸਮਾਂ ਸੈਟਿੰਗ ਲਈ ਟਾਈਮ ਮਲਟੀਪਲਾਇਰ ਸੈੱਟ ਕਰੋ। 0 ਪੋਜੀਸ਼ਨ ਤੇ ਰਿਲੇ ਦੇ ਸਾਰੇ ਕੰਟਰੋਲ ਸਵਿਚ ਜਾਂ ਨੌਬਸ ਮੁੱਖ ਸਪਿੰਡਲ ਤੇ ਸਥਿਤ 30 ml ਡਿਸਕ ਨੂੰ ਘੁਮਾਓ ਅਤੇ 0.5 ਦੀ ਸਥਿਤੀ ਤੇ ਸੈੱਟ ਕਰੋ। ਡਾਇਲ ਤੋਂ ਮਲਟੀਪਲਾਇਰ ਦਾ ਪਤਾ ਲਵਾਓ। ਮੁੱਲਾਂ ਨੂੰ ਨੋਟ ਕਰੋ। ਮਲਟੀਪਲਾਇਰ 2 ਦੀ ਚੋਣ ਕਰੋ ਤਾਂ ਕਿ ਕੁੱਲ ਫਾਲਟ ਕਰੰਟ 2 ਐਂਪੀਅਰ ਹੋਵੇ ਅਤੇ ਯਕੀਨੀ ਬਣਾਓ ਕਿ ਟਾਈਮ ਮਲਟੀਪਲਾਇਰ ਡਿਸਕ ਪਹਿਲੀ ਸਥਿਤੀ ਤੇ ਰੱਖੀ ਗਈ ਹੈ। ਮਲਟੀਪਲਾਇਰ 2 ਦੇ ਡਾਇਲ ਵਿੱਚ ਦਰਸਾਏ ਅਨੁਸਾਰ ਸਮੇਂ ਨੂੰ ਰਿਕਾਰਡ ਕਰੋ। ਮੌਜੂਦਾ ਇੰਜੈਕਟਰ ਯੂਨਿਟ ਉੱਤੇ ਵੇਖੋ ਕਿ ਰਿਲੇ ਊਰਜਾਵਾਨ ਹੈ ਅਤੇ ਵੱਧਦੀ ਹੈ। ਰਿਲੇ ਦਾ ਇਨਪੁਟ ਕਰੰਟ ਹੌਲੀ-ਹੌਲੀ ਪਿਕਅਪ ਕਰੰਟ ਵੱਲ ਜਾਂਦਾ ਹੈ। ਰਿਲੇ ਦੀ ਡਿਸਕ ਹਿੱਲਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਮੁੱਲਾਂ ਯਾਨੀ ਕਿ ਵੈਲਿਊਜ਼ ਨੂੰ ਚੁੱਕਣ ਲਈ ਕਰੰਟ ਵੱਧਦਾ ਹੈ। ਇਹਨਾਂ ਵੈਲਿਊਜ਼ ਨੂੰ ਰਿਕਾਰਡ ਕਰੋ। ਠੀਕ ਹੈ, ਇਸ ਸੈਸ਼ਨ ਵਿੱਚ ਅਸੀਂ ਸਿੱਖਿਆ ਹੈ ਕਿ ਵੱਖ-ਵੱਖ ਪ੍ਰਤੀਸ਼ਤ ਵਿੱਚ ਫਾਲਟ ਕਰੰਟ ਕੈਲਕੂਲੇਸ਼ਨ ਕਿਵੇਂ ਕਰੀਏ। ਵੱਖ-ਵੱਖ ਫਾਲਟ ਵਾਲੇ ਕਰੰਟ ਲਈ ਇੰਜੈਕਟਰ ਯੂਨਿਟ ਵਿੱਚ ਕਰੰਟ ਸੈੱਟ ਕਰੋ। 50% ਫਾਲਟ ਕਰੰਟ ਦਾ ਪਿਕਅਪ ਕਰੰਟ ਸੈੱਟ ਕਰੋ। ਵੱਖ-ਵੱਖ ਨੁਕਸਾਨ ਸਥਿਤੀ ਦੇ ਤਹਿਤ ਸਮਾਂ ਨਿਰਧਾਰਨ ਲਈ ਟਾਈਮ ਮਲਟੀਪਲਾਇਰ ਸੈੱਟ ਕਰੋ। ਉਮੀਦ ਹੈ ਤੁਸੀਂ ਇਸ ਸੈਸ਼ਨ ਦੇ ਸਾਰੇ ਕਨਸੈਪਟਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਮਿਲਦੇ ਹਾਂ ਅਗਲੇ ਸੈਸ਼ਨ ਵਿੱਚ ਇੱਕ ਹੋਰ ਨਵੇਂ ਕਨਸੈਪਟ ਦੇ ਨਾਲ। ਧੰਨਵਾਦ।